ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿਗੋਬਿੰਦ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋ ਬਾਰ ਵਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਜੀ ਕੀ ਫਤਿਹ ਹੈ ਵਿਗਨ ਵਿਨਾਸ਼ਨ ਸੋਏ ਦੋਹਰਾ अब आए तुम भली सोई जिम उचरो हम कर है सोई हजरत के गुलाम हम जानो करन विरोध नहीं हम मानो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦ ਪਹਾੜੀਆਂ ਅਤੇ ਤੁਰਕਾਂ ਨੇ ਰਲ ਕੇ ਸਤਿਗੁਰਾਂ ਨੂੰ ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਉੱਚ ਪਾਏ ਦੀ ਬਿਉਂਤਬੰਦੀ, ਜਿਨ੍ਹਾਂ ਨੇ ਗੁਰੂ ਪਿਆਰਿਓ ਸਿੰਘਾਂ ਦਾ ਮੋਰਚਾਬੰਦੀ ਐਸੀ ਕੀਤੀ ਕਿ ਲੱਖਾਂ ਦੀ ਗਿਣਤੀ ਵਿੱਚ ਆਈ ਫੌਜ ਵੀ ਸਿੰਘਾਂ ਦੇ ਨੇੜੇ ਨਾ ਢੁੱਕ ਸਕੀ, ਤੇ ਸਿੰਘਾਂ ਨੇ ਦੂਰੋਂ ਹੀ ਤੀਰ ਅਤੇ ਗੋਲੀਆਂ ਮਾਰ ਕੇ ਉਹਨਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਤੇ ਘੋੜੇ ਖਤਮ ਕਰ ਦਿੱਤੇ। ਦਿਨ ਛਿਪ ਗਿਆ ਪਰ ਇਹ ਗੁਰੂ ਸਾਹਿਬ ਦੇ ਨੇੜੇ ਤੱਕ ਕੀ ਸਿੰਘਾਂ ਤੋਂ ਵੀ ਅੱਗੇ ਨਹੀਂ ਲੰਘ ਸਕੇ। ਔਰ ਗੁਰੂ ਪਿਆਰਿਓ ਅਖੀਰ ਦਿਨ ਛਿਪ ਗਿਆ, ਸਾਰੇ ਵਾਪਸ ਚਲੇ ਗਏ। ਗੁਰੂ ਕੇ ਸਿੰਘ ਵੀ ਪਾਤਸ਼ਾਹ ਜੀ ਕੋਲ ਆਏ ਔਰ ਇਹਨਾਂ ਦਿਨਾਂ ਦੇ ਵਿੱਚ ਫਿਰ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੈ ਕਿ ਸਾਨੂੰ ਗੁਰੂ ਸਾਹਿਬ ਦੇ ਬਾਰੇ ਪਤਾ ਨਹੀਂ ਸੀ ਵੀ ਐਸੀ ਬਿਉਂਤਬੰਦੀ ਕਰਨਗੇ। ਆਪਾਂ ਖੁੱਲੇ ਮੈਦਾਨ ਵਿੱਚ ਸੀ, ਉਹਨਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ, ਇਸ ਕਰਕੇ ਅੱਜ ਦਾ ਜੰਗ ਆਪਾਂ ਜਿੱਤ ਨਹੀਂ ਸਕੇ, ਪਰ ਕੱਲ ਨੂੰ ਆਪਾਂ ਤਕੜੇ ਹੋ ਕੇ ਘੇਰਾ ਪਾਵਾਂਗੇ। ਇਸ ਤਰ੍ਹਾਂ ਇਹਨਾਂ ਨੇ ਗੁਰੂ ਪਿਆਰਿਓ ਸਲਾਹ ਕੀਤੀ ਹੈ। ਔਰ ਨੇੜੇ ਹੀ ਨਗਰ ਹੈ ਇੱਕ ਵਿਸਾਲੀ, ਸਤਲੁਜ ਦੇ ਕਿਨਾਰੇ ਤੇ ਇੱਕ ਨਗਰ ਹੈ ਵਿਸਾਲੀ, ਤੇ ਉੱਥੋਂ ਦਾ ਇੱਕ ਰਾਜਾ ਹੈ ਜਿਹੜਾ ਗੁਰੂ ਸਾਹਿਬ ਦਾ ਪ੍ਰੇਮੀ ਹੈ। ਉਹ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਉਂਦਾ ਤੇ ਕੀ ਬੇਨਤੀਆਂ ਕਰਦਾ, ਇਹ ਵਿਚਾਰਾਂ ਅੱਜ ਆਪਾਂ ਸਰਵਣ ਕਰਕੇ ਗੁਰੂ ਕੇ ਖੁਸ਼ੇ ਲਵਾਂਗੇ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ, ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ अब आए तुम भली सोई जिम उचरो हम कर है सोई। ਅਖੀਰ ਗੁਰੂ ਪਿਆਰਿਓ ਜਦ ਸ਼ਾਮਾਂ ਨੂੰ ਸਾਰੇ ਤੁਰਕ ਆਪਣੇ ਤੰਬੂਆਂ ਵਿੱਚ ਇਕੱਠੇ ਹੋ ਗਏ ਤੇ ਭੀਮ ਚੰਦ ਰਾਜਾ ਤੇ ਹੰਡੋਰੀਆ ਇਹ ਇਕੱਠੇ ਹੋ ਕੇ ਵਜ਼ੀਰ ਖਾਨ ਦੇ ਕੋਲ ਜਾਂਦੇ ਹਨ, ਜਿਹੜਾ ਇਹਨਾਂ ਨੂੰ ਲੜਦਾ ਹੈ, ਝਿੜਕਦਾ ਹੈ। ਕੀ ਕਾਰਨ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਨਾਲ ਕਿਉਂ ਜੰਗ ਵਿੱਢੀ ਹੈ?
ਇਹਨਾਂ ਨੇ ਆਪਣੇ ਕੋਲੋਂ ਝੂਠ ਤਪਾਨ ਬੋਲ ਕੇ ਦੱਸ ਦਿੱਤਾ ਕਿ ਅਸੀਂ ਇਸ ਕਰਕੇ ਲੜਦੇ ਹਾਂ। ਤਾਂ ਗੁਰੂ ਪਿਆਰਿਓ, ਹੁਣ ਭੀਮ ਚੰਦ ਵਰਗੇ ਵਜ਼ੀਰ ਖਾਨ ਨੂੰ ਹੱਲਾਸ਼ੇਰੀ ਦਿੰਦੇ ਆ ਤੇ ਨਾਲੇ ਉਹਨਾਂ ਦੀ ਚਾਪਲੂਸੀ ਕਰਦੇ ਆ। ਹੁਣ ਤੁਸੀਂ ਆ ਗਏ ਹੋ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਾਂਗੇ, ਕਿਉਂਕਿ ਅਸੀਂ ਤਾਂ ਦਿੱਲੀ ਸੈਂਟਰ ਦੇ ਗੁਲਾਮ ਹਾਂ, ਅਸੀਂ ਤਾਂ ਔਰੰਗਜ਼ੇਬ ਦੇ ਗੁਲਾਮ ਹਾਂ, ਅਸੀਂ ਦਿੱਲੀ ਸੈਂਟਰ ਦੇ ਅਨੁਸਾਰ ਚੱਲਣ ਵਾਲੇ ਹਾਂ। ਕਿਰਪਾ ਕਰਕੇ ਤੁਸੀਂ ਸਾਡੇ ਨਾਲ ਰਲ ਨਾ ਕਰੋ ਜੀ। हजरत के गुलाम हम जानो, करन विरोध नहीं हम मानो। ਔਰ ਅਸੀਂ ਤਾਂ ਬਾਦਸ਼ਾਹ ਔਰੰਗਜ਼ੇਬ ਦੇ ਗੁਲਾਮ ਹਾਂ, ਅਸੀਂ ਤੁਹਾਡੇ ਅਨੁਸਾਰ ਚੱਲਾਂਗੇ। अब के लरहो लाए बलसारो, चाहूं और ते कर है परहारो। ਔਰ ਹੁਣ ਆਪਾਂ ਕੱਲ ਨੂੰ ਨਾ ਜੱਜ ਕੇ ਲੜਾਂਗੇ, ਔਰ ਜੱਜ ਕੇ ਐਸੀ ਲੜਾਈ ਕਰਾਂਗੇ, ਚਾਰ ਛਪੇਰਿਓ ਘੇਰਾ ਪਾ ਕੇ ਹਮਲਾ ਕਰਾਂਗੇ। फतेह करहंगे गण को गह कह, होए है सो जस कह जग लह कह। ਔਰ ਇਸ ਤਰ੍ਹਾਂ ਜਦੋਂ ਆਪਾਂ ਜੰਗ ਜਿੱਤ ਲਿਆ, ਗੁਰੂ ਗੋਬਿੰਦ ਸਿੰਘ ਨੂੰ ਫੜ ਲਿਆ ਜਾਂ ਕੈਦ ਕਰ ਲਿਆ, ਸਿੰਘਾਂ ਨੂੰ ਮਾਰ ਦਿੱਤਾ, ਫਿਰ ਆਪਣੀ ਸਾਰੇ ਦੇਸ਼ ਵਿੱਚ ਕਹਿੰਦੇ ਬੱਲੇ ਬੱਲੇ ਹੋ ਜਾਣੀ ਆ। एव परस पर मसलत तरक, उठे सलाम तर्क को करके। ਇਹੋ ਸਲਾਹ ਮਸ਼ਵਰਾ ਕਰਕੇ ਵਜ਼ੀਰ ਖਾਨ ਨੂੰ ਨਮਸਕਾਰ ਸਲਾਮ ਉੱਠੇ ਹਨ। देर जाए सो सुपत्ते राता, उठे बहर जब होई प्राता। ਇਸ ਤਰ੍ਹਾਂ ਇਹ ਆਪਣੇ ਤੰਬੂਆਂ ਵਿੱਚ ਜਾ ਕੇ ਸੌਂ ਗਏ ਹਨ। ਜਦ ਦੂਸਰਾ ਦਿਨ ਚੜ੍ਹਿਆ, ਇਹ ਫੇਰ ਸਾਰੇ ਇਕੱਠੇ ਹੋ ਕੇ ਸਲਾਹਾਂ ਕਰਦੇ ਹਨ। 77 ਵਪਾਰ ਸੋ ਪੁਰੀ ਵਿਸਾਲੇ, ਤਹਾਂ ਰਾਵ ਇੱਕ ਸਮੁੱਤ ਵਿਸਾਲੇ। ਔਰ ਸਤਲੁਜ ਦੇ ਕਿਨਾਰੇ ਤੇ ਇੱਕ ਨਗਰ ਹੈ ਵਿਸਾਲੀ, ਉਥੋਂ ਦਾ ਰਾਜਾ ਜਿਹੜਾ ਕਹਿੰਦੇ ਬੜਾ ਸਿਆਣਾ ਹੈ। ਸੁਣ ਕਰ ਗੁਰ ਸੰਗ ਅਦਕ ਬਖੇਰਾ, ਭੀਮ ਚੰਦ ਵਡ ਠਾਨੋ ਬੈਰਾ। ਜਦੋਂ ਵਿਸਾਲੀ ਦੇ ਰਾਜੇ ਨੂੰ ਪਤਾ ਲੱਗਿਆ ਕਿ ਇਸ ਪਹਾੜੀਏ ਰਾਜੇ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਬਿਨਾਂ ਕਿਸੇ ਕਾਰਨ ਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗ ਵਿੱਢੀ ਹੈ। ਪ੍ਰਥਮ ਲਰਿਓ ਹਾਰੋ ਮਤ ਮੰਦਾ, ਦਿਓ ਮਰਾਏ ਕੇਸਰੀ ਚੰਦਾ। ਇਹ ਮਾੜੀ ਮੱਤ ਵਾਲਾ, ਥੋੜੀ ਮੱਤ ਵਾਲਾ, ਇਹ ਪਹਿਲਾਂ ਵੀ ਲੜਿਆ ਗੁਰੂ ਗੋਬਿੰਦ ਸਿੰਘ ਜੀ ਨਾਲ, ਤੇ ਇਹਨੇ ਇੱਕ ਰਾਜਾ ਕੇਸਰੀ ਚੰਦ ਮਰਵਾਇਆ। ਜਮਤੁੱਲਾ ਭਾਉ ਮਰਵਾਇਓ, ਅਪਰ ਹਜ਼ਾਰੋ ਪਟ ਗਿਰਵਾਇਓ। ਜਮਤੁੱਲਾ ਭਾਉ ਮਰਵਾ ਦਿੱਤਾ, ਹੋਰ ਹਜ਼ਾਰਾਂ ਸੂਰਮੇ ਮਰਵਾ ਦਿੱਤੇ। ਏਥ ਕਹਿਲੂਰੀਏ ਨੇ, ਭੀਮ ਚੰਦ ਨੇ। ਮੂਰਖ ਵਸ ਚਲਿਓ ਨਾ ਕੋਈ, ਬਹਰਿਓ ਕਰੀ ਕਮਤ ਵਡ ਜੋਈ। ਔਰ ਇਸ ਮੂਰਖ ਨੂੰ ਇਹ ਨਹੀਂ ਪਤਾ ਕਿ ਮੈਂ ਗੁਰੂ ਨਾਨਕ ਦੇ ਘਰ ਨਾਲ ਆਡਾ ਵਿੱਢ ਕੇ ਜਿੱਤ ਨਹੀਂ ਸਕਦਾ। ਇਸ ਨੇ ਚੰਗਾ ਨਹੀਂ ਕੀਤਾ, ਇਹਦੀ ਵਾਹ ਨਹੀਂ ਪੂਰੀ ਗਈ, ਔਰ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਨਹੀਂ ਸਕਿਆ, ਉਲਟਾ ਹਾਰ ਗਿਆ ਹੈ ਜੀ। ਸ਼ਸਤਰ ਧਰਨ ਧਰਮ ਕੋ ਤਿਆਗਾ, ਨਿਰਬਲ ਦੀਨ ਰੰਕ ਮਗ ਲਾਗਾ। ਔਰ ਵਿਸਾਲੀ ਦੇ ਰਾਜੇ ਨੂੰ ਇਹ ਪਤਾ ਲੱਗਿਆ ਕਿ ਹੁਣ ਦੁਸ਼ਟ ਕੈਸੀ ਚਾਲ ਚੱਲੀ ਆ। ਸ਼ਾਸਤਰ ਛੱਡ ਕੇ, ਛਤਰੀਆਂ ਵਾਲਾ ਧਰਮ ਛੱਡ ਕੇ ਇੱਕ ਧੋਖਾ ਫਰੇਬ ਕਰਨ ਲੱਗਿਆ ਹੈ ਜੀ। ਰਾਜਾ ਅਪਰ ਕੌਣ ਇਮ ਕਰੈ, ਧਰਮ ਛੋਰ ਲੱਜਾ ਪਰ ਹਰੈ। ਰਾਜਿਆਂ ਦਾ ਧਰਮ ਹੁੰਦਾ ਜੰਗ ਕਰਨਾ, ਮਰਨਾ ਜਾਂ ਮਾਰਨਾ, ਪਰ ਇਹ ਤਾਂ ਜਮਾਂ ਹੀ ਸ਼ਰਮ ਲਾ ਕੇ ਬਹਿ ਗਿਆ ਹੈ। ਹੁਣ ਧੋਖੇ ਠੱਗੀ ਫਰੇਬ ਤੇ ਆ ਗਿਆ ਹੈ। ਦਸ ਕਰ ਸ਼ਰਮਾ ਸਾਰਾ ਪਠ ਕਰ ਪੰਮਾ, ਆਨੰਦਪੁਰ ਕੇ ਦਵਾਰ ਕੋ ਕੰਮਾ। ਔਰ ਚੋਰੀਆਂ ਪੰਮੇ ਪ੍ਰੋਹਤ ਨੂੰ, ਪੰਮੇ ਬਾਹਮਣ ਨੂੰ ਚੋਰੀਆਂ ਭੇਜਿਆ ਆਨੰਦਪੁਰ ਸਾਹਿਬ ਦੇ ਗੇਟ ਦੇ ਕਿਲੇ ਤੇ। ਆਨ ਤੇ ਕੀ ਦੀਨੀ ਜਾਏ, ਨਹਿਰਾਜਨ ਤੇ ਲਜਿਆ ਪਾਏ। ਔਰ ਉਥੇ ਗਊ ਦੀ ਸਹੁੰ ਖਾ ਕੇ ਆਏ ਆ। ਨਾਲ ਤਾਂ ਗਊ ਬਣਾ ਕੇ ਰੱਖ ਗਏ, ਆਟੇ ਦੀ ਵੱਡੀ ਸਾਰੀ ਗਲ ਵਿੱਚ ਸੰਗਲ ਪਾ ਕੇ ਰੱਖਤਾ, ਉੱਥੇ ਹੀ ਰੱਸੀ ਪਾ ਕੇ। ਔਰ ਕੋਲੇ ਇੱਕ ਚਿੱਠੀ ਤੇ ਲਿਖ ਕੇ ਰੱਖ ਗਏ ਵੀ ਸਾਨੂੰ ਗਊ ਦੀ ਸਹੁੰ ਹੈ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਤੁਸੀਂ ਕਿਲਾ ਛੱਡ ਕੇ ਚਲੇ ਜਾਓ। ਗੁਰੂ ਵੀਰ ਵਰ ਲੀਨ ਸਮਾਨ, ਤਜਿਓ ਆਨੰਦਪੁਰ ਧੀਰ ਨਿਧਾਨ। ਪਰ ਯੋਧੇ ਸੂਰਬੀਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਉਹਨਾਂ ਦੀ ਚੱਲ ਪ੍ਰਵਾਨ ਕਰ ਲਈ, ਬਈ ਤੁਸੀਂ ਸਹੁੰ ਪਾਉਣੇ ਹੋ, ਚੱਲ ਠੀਕ ਹੈ। ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ ਦੇ ਮਹਾਵਾਕ ਉਤਸਾਰ ਪਾਤਸ਼ਾਹ ਜੀ ਨੇ
ਅਖੀਰ ਕਿਲਾ ਛੱਡ ਦਿੱਤਾ ਜੀ। ਧਰਮ ਧਰੰਦਰ ਜਿਮ ਕਰ ਗਏ ਅਪਰ ਕੌਣ ਮਾਨੈ ਇਮ ਦਏ। ਔਰ ਦੇਖੋ ਗੁਰੂ ਸਾਹਿਬ ਸਰਬ ਕਲਾ ਸਮਰੱਥ ਹੈ, ਕੁਛ ਵੀ ਕਰ ਸਕਦੇ ਹੈ, ਪਰ ਧਰਮ ਦੇ ਧੁਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਸਹਿਜੇ ਹੀ ਕਿਲਾ ਛੱਡ ਕੇ ਨਿਕਲ ਗਏ। ਬਾਹਰ ਨ ਟਰਿਆ ਮੂਡ ਮਤ ਮੰਦਾ ਕਰੇ ਆਵਾਹਨ ਤੁਰਕ ਬਲੰਦਾ। ਪਰ ਮੂਡ ਮਤ ਮੰਦਾ, ਛੋਟੀ ਮਤ ਵਾਲਾ, ਥੋੜੀ ਮਤ ਵਾਲਾ, ਫਿਰ ਵੀ ਟਲਿਆ ਨਹੀਂਗਾ। ਇਸ ਮੂਰਖ ਨੇ ਸਰਹੰਦ ਦੇ ਵਜ਼ੀਰ ਨੂੰ ਸੱਦ ਲਿਆ, ਸੈਂਟਰ ਸਰਕਾਰ ਤੋਂ ਪੁਲਿਸ ਆਪਣਾ ਫੌਜ ਮੰਗਵਾਈ ਹੈ। ਬੈਠੇ ਬਹਿਰਾ ਦਰਗ ਨਹਿ ਕੋਟਾ ਹਿਤ ਲਰਬੇ ਕੁਛ ਕਰੀ ਨ ਓਟਾ। ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਲ ਦੇ ਵਿੱਚ ਬੈਠੇ ਹਨ, ਖੁੱਲੇ ਥਾਂ ਵਿੱਚ, ਕੋਈ ਹੁਣ ਕੋਟ ਕਿਲਾ ਨਹੀਂ ਹੈ, ਔਰ ਉੱਥੇ ਜਾ ਕੇ ਹਮਲਾ ਕਰ ਦਿੱਤਾ ਜੀ। ਨਿਜ ਪ੍ਰਦਾਨ ਸੰਕੈ ਸੁਨ ਕਰ ਹਮ ਚੜ ਆਨਹਿ ਨਿਜ ਪਰ ਸਤਗੁਰ। ਉਸ ਰਾਜੇ ਨੇ ਇਹ ਆਪਣੇ ਵਜ਼ੀਰ ਦੇ ਨਾਲ ਗੱਲਾਂ ਕੀਤੀਆਂ ਤੇ ਵਜ਼ੀਰ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਹਿਣ ਲੱਗਿਆ, ਚਲੋ ਯਾਰ ਆਪਾਂ ਗੁਰੂ ਸਾਹਿਬ ਨੂੰ ਆਪਣੇ ਦੇਸ਼ ਵਿੱਚ, ਆਪਣੇ ਇਲਾਕੇ ਵਿੱਚ ਲੈ ਆਉਂਦੇ ਹਾਂ। ਸਾਹਿਬ ਕਰਾਮਾਤ ਸੰਗ ਪੈਰ ਇਨਕੇ ਬੰਸ ਹੋਏ ਨ ਖੈਰ। ਹੁਣ ਇਹਨਾਂ ਨੇ ਕਰਾਮਾਤੀ ਸਾਹਿਬ ਦੇ ਨਾਲ ਬੈਰ ਵਿਢ ਲਿਆ, ਔਰ ਇਹਨਾਂ ਦੀ ਕਰਾਮਾਤ ਇਹਨਾਂ ਦੀਆਂ ਕੁੱਲਾਂ ਖਤਮ ਕਰ ਦੇਵੇਗੀ। ਦੁਖ ਪਾਵੇਂਗੇ ਪਰ ਹੈ ਨਰਕਾ ਕਰਹਿ ਕੁਕਰਮ ਹੋਏ ਹੈ ਗਰਕ। ਵਜ਼ੀਰ ਤੇ ਰਾਜਾ ਵਿਸਾਲੀ ਸਲਾਹ ਮਸ਼ਵਰਾ ਕਰਦੇ ਐ, ਇਹ ਇੰਨੇ ਦੁਖੀ ਹੋਣਗੇ, ਨਰਕਾਂ ਨੂੰ ਜਾਣਗੇ, ਐਸਾ ਕੁਕਰਮ ਇਹਨਾਂ ਨੇ ਵਿੱਢਿਆ। ਗੁਰੂ ਨਾਨਕ ਦੇ ਘਰ ਦੇ ਨਾਲ ਜਿਹੜਾ ਹੈ ਆਡਾ ਵਿੱਢਿਆ, ਲੜਾਈ ਛੇੜੀ ਹੈ, ਇਹਨਾਂ ਨੇ ਗਰਕ ਹੋਣਾ ਹੈ। ਤਿਆਰੀ ਕਰਤ ਅਰੁਡੋ ਰਾਵਾ ਦਰਸ਼ਨ ਪਰਸਨ ਕੋ ਔਰ ਚਾਵਾ। ਔਰ ਇਸ ਤਰ੍ਹਾਂ ਰਾਜਾ ਤੇ ਵਜ਼ੀਰ ਸਤਿਗੁਰਾਂ ਦੇ ਦਰਸ਼ਨਾਂ ਲਈ ਤੇ ਮਿਲਣ ਲਈ ਤਿਆਰੀ ਕਰਕੇ ਤੁਰਨ ਲੱਗੇ ਜੀ। ਜਿਤ ਕਸੈਨ ਆਪਣੀ ਲੈ ਸਾਥ ਆਨ ਮਿਲਿਆ ਜਹ ਬੈਠੇ ਨਾਥ। ਇਉਂ ਵਿਸਾਲੀ ਦਾ ਰਾਜਾ ਆਪਣੀ ਕੁਝ ਫੌਜ ਲੈ ਕਰਕੇ ਉੱਥੇ ਪਹੁੰਚਿਆ ਜਿੱਥੇ ਨਿਰਮੋਹ ਦੇ ਸਥਾਨ 'ਚ ਜੰਗਲ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਟਿੱਬੀ ਤੇ ਆਸਣ ਲਾਇਆ ਹੈ। ਪਾਦ ਅਰਬਿੰਦਨ ਪਰ ਸਿਰ ਧਰਿਓ ਬਹੁ ਬਿਦ ਬਿਨਤੀ ਬਾਗ ਉਚਰਿਓ। ਔਰ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਪ੍ਰਭ ਜੀ ਚਲੋ ਸੰਗ ਅਬ ਮੇਰੇ ਹਿਰਦਾ ਜਾਣ ਕਰ ਆਪਣੇ ਚੇਰੇ। ਕਹਿੰਦਾ ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਤੁਸੀਂ ਮੇਰੇ ਦੇਸ਼ ਚੱਲੋ। ਨਿਜ ਪਾਵਨ ਕਰ ਕਰੀ ਹੈ ਪਾਵਨ ਜਿਨ ਤੇ ਹੋਏ ਸਤਨ ਮਨ ਪਾਵਨ। ਕਿਰਪਾ ਕਰਕੇ ਆਪਣੇ ਚਰਨ ਪਾ ਕੇ ਮੇਰਾ ਦੇਸ਼, ਮੇਰਾ ਘਰ ਪਵਿੱਤਰ ਕਰੋ ਜੀ। ਨਗਰ ਵਿਸਾਲੀ ਆਪਣਾ ਜਾਨਹਾ ਰਹੋ ਨਕੇਤ ਵਾਸ ਕੋ ਠਾਨਹਾ। ਇਹ ਵਿਸਾਲੀ ਦਾ ਇਲਾਕਾ ਜਿਹੜਾ ਹੈ ਉਸ ਨੂੰ ਆਪਣਾ ਘਰ ਜਾਣੋ ਤੇ ਤੁਸੀਂ ਮੇਰੇ ਕੋਲ ਰਹੋ, ਜਿੱਥੇ ਕਹਿਲੂਰੀਆ ਪਹੁੰਚ ਨਹੀਂ ਸਕੇਗਾ। ਸਿੰਧ ਮੇਖਲਾ ਅਵਨੀ ਸਾਰੀ ਮਹਾਰਾਜ ਪ੍ਰਭ ਹੈ ਤੁਮਾਰੀ। ਵੈਸੇ ਤਾਂ ਸਾਰੀ ਸ੍ਰਿਸ਼ਟੀ ਹੀ ਤੁਹਾਡੀ ਹੈ, ਸਿੰਧ ਮੇਖਲਾ ਉਹ ਸਾਗਰ ਤੋਂ ਲੈ ਕਰਕੇ ਜਿੰਨੀ ਧਰਤੀ ਹੈ ਇਹ ਸਾਰੀ ਹੀ ਤੁਹਾਡੀ ਹੈ। ਭੀਮ ਚੰਦ ਆਦਿਕ ਗਣ ਰਾਜੇ ਮੂੜ ਮਤੀ ਸਭ ਕਰ ਕੁਕਾਜੇ। ਕਿੱਡੇ ਮੂਰਖਾਂ ਨੇ ਭੀਮ ਚੰਦ ਵਰਗੇ ਰਾਜੇ, ਹੰਡੂਰੀਏ ਕਹਿਲੂਰੀਏ ਮਹਾਰਾਜ, ਕਿੰਨੀ ਮੂਰਖਤਾ ਕਰਕੇ ਤੁਹਾਡੇ ਨਾਲ ਇਹ ਭੈੜੇ ਕਰਮ ਕਰਨ ਲੱਗੇ ਹਨ। ਇਨਕੇ ਹੋਏ ਗਏ ਮੁਖਕਾਰੇ ਉਤਰੇ ਨਹੀਂ ਕਲੰਕ ਪਖਾਰੇ। ਔਰ ਇਹਨਾਂ ਦੇ ਮੂੰਹ ਤੇ ਐਸਾ ਕਲੰਕ ਦਾ ਦਾਗ ਲੱਗਣਾ ਮਹਾਰਾਜ ਜਿਹੜਾ ਧੋਤਿਆਂ ਵੀ ਉਤਰਨਾ ਨਹੀਂ। ਦਿਨ ਪ੍ਰਤ ਆਦਿਕ ਸਮੇਂ ਮੱਤਾ ਲਾਗੈ ਸਕਲ ਕਲੰਕਤ ਕੁਲ ਕੇ ਆਗੈ। ਔਰ ਇਹ ਜਿਹੜਾ ਕਲੰਕ ਦਾ ਟਿੱਕਾ ਇਹ ਆਪਣੇ ਮੱਥੇ ਤੇ ਲਾ ਰਹੇ ਨਾ, ਗੂੜਾ ਹੁੰਦਾ ਜਾਣਾ ਰਹਿੰਦੀ ਦੁਨੀਆ ਤੱਕ। ਲੋਕਾਂ ਨੇ ਇਹਨਾਂ ਪਹਾੜੀਆਂ ਨੂੰ ਜਿਹੜਾ ਹੈ ਫਿਟਕਾਰਾਂ ਪਾਉਣੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਲਾ ਲੋਚਦੇ ਸੀ, ਪਰ ਇਹਨਾਂ ਦੁਸ਼ਟਾਂ ਨੇ ਐਂਟੀ ਹੋ ਕੇ ਜਿਹੜਾ ਹੈ ਉਹਨਾਂ ਨਾਲ ਲੜਾਈ ਕੀਤੀ। ਔਰ ਇਹ ਜਿਹੜਾ ਕਲੰਕ ਦਾ ਟਿੱਕਾ ਹੈ ਇਹਨਾਂ ਦਾ ਮੂੰਹ ਕਾਲਾ ਹੋਣਾ ਇੱਥੇ ਵੀ ਤੇ ਦਰਗਾਹ ਵਿੱਚ ਵੀ। ਅਨਕ ਉਪਾਵਨ ਤੀਨ ਜੈ ਹੈ ਇਸ ਦਿਨ ਕੋ ਨਿਤ ਹੀ ਪਛਤਾ ਹੈ। ਆਖਰ ਇੱਕ ਸਮਾਂ ਆਵੇਗਾ ਮਹਾਰਾਜ ਇਹ ਪਛਤਾਉਣਗੇ ਔਰ ਅਨੇਕਾਂ ਤਰ੍ਹਾਂ ਦੇ ਉਪਾਵ ਕਰਕੇ ਵੀ ਇਹਨਾਂ ਦਾ ਇਹ ਕਲੰਕ ਦਾ ਟਿੱਕਾ ਲੱਥਣਾ ਨਹੀਂ, ਭਾਵ ਦੁਨੀਆ ਦੀਆਂ ਫਿਟਕਾਰਾਂ ਪੈਂਦੀਆਂ ਰਹਿਣਗੀਆਂ। ਜਦੋਂ ਜਦੋਂ ਐਸੀਆਂ ਹੰਕਾਰੀ ਸਰਕਾਰਾਂ ਦੁਨੀਆ ਵਿੱਚ ਆਉਂਦੀਆਂ, ਜਨਤਾ ਦਾ ਭਲਾ ਨਹੀਂ ਸੋਚਦੀਆਂ,
ਫਿਰ ਉਹਨਾਂ ਨੂੰ ਅੱਜ ਨਹੀਂ, ਉਹਨਾਂ ਨੇ ਮਰਨ ਤੋਂ ਸੈਂਕੜੇ ਸਾਲ ਬਾਅਦ ਵੀ ਲੋਕ ਕਹਿੰਦੇ ਨਾ ਉਹ ਇੱਕ ਫਲਾਨਾ ਵੀ ਹੋਇਆ ਸੀਗਾ, ਬੜੀ ਦੁਨੀਆ ਤਪਾਈ ਸੀ ਉਸਨੇ। ਕੋ ਸਤਨਾਮ। ਔਰੰਗਜ਼ੇਬ ਵਰਗਿਆਂ ਨੂੰ, ਇਹਨਾਂ ਰਾਜਿਆਂ ਨੂੰ, ਪਹਾੜੀ ਰਾਜਿਆਂ ਨੂੰ, ਵਜੀਦਿਆਂ ਨੂੰ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਜਦੋਂ ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ, ਇਹਨਾਂ ਕਲੰਕੀਆਂ ਨੂੰ ਵੀ ਯਾਦ ਕਰਨਾ ਪੈਂਦਾ ਹੈ ਬਈ ਇਹਨਾਂ ਨੇ ਆਹ ਗਲਤ ਕਰਮ ਕੀਤੇ ਹਨ। ਅੱਜ ਵੀ ਐਸੀਆਂ ਸਰਕਾਰਾਂ ਦੇਸ਼ਾਂ ਦੇ ਵਿੱਚ ਹਨ ਜਿੱਥੇ ਜਨਤਾ ਦਾ ਭਲਾ ਸੋਚਣ ਦੀ ਬਜਾਏ ਆਪਣਾ ਹੀ ਭਲਾ ਸੋਚਦੀ ਹੈ, ਤੇ ਉਹ ਵੀ ਦੁਨੀਆ ਦੇ ਵਿੱਚੋਂ ਕਲੰਕ ਦੇ ਟਿੱਕੇ ਲਾ ਕੇ ਜਾਂਦੇ ਹੈ। ਫਿਰ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਦੁਨੀਆ ਫਿਟਕਾਰਾ ਪਾਉਂਦੀ ਹੈ। ਜਮਨਾ ਗੰਗਾ ਗਿਆ ਬਨਾਰਸ, ਤਹਾਂ ਨ ਮਿਟ ਹੈ ਇਨਹਾ ਮੁਖ ਕਾਰਸ। ਉਹ ਲੋਕ ਇਹ ਸੋਚਦੇ ਐ ਵੀ ਜਿਹੜਾ ਕੋਈ ਪਾਪ ਕੀਤਾ ਗੰਗਾ ਦੇ ਜਾ ਕੇ ਲਾ ਦਈਏ। ਲੋਕ ਗਿਆ ਜੀ ਤੇ ਮੁਕਤੀ ਕਰਾਉਣ ਜਾਂਦੇ ਆ ਮਰਿਆ ਹੋਇਆਂ ਦੀ, ਭਾਈ ਇਸ ਦੇ ਮਾੜੇ ਕਰਮ ਸੀ, ਇਹ ਭੂਤ ਪ੍ਰੇਤ ਨਾ ਬਣ ਜਾਵੇ, ਚਲੋ ਗਿਆ ਜੀ ਇਸ ਦੀ ਕਿਰਿਆ ਕਰਮ ਕਰਾ ਕੇ ਆਈਏ। ਲੋਕ ਬਨਾਰਸ ਹਰਿਦੁਆਰ ਜਾਂਦੇ ਹਨ ਤਾਂ ਇਹ ਵਿਸਾਲੀ ਦਾ ਰਾਜਾ ਕਹਿ ਰਿਹਾ ਮਹਾਰਾਜ ਜਿੱਥੇ ਮਰਜੀ ਚਲੇ ਜਾਣ, ਇਹ ਜਮਨਾ ਵਿੱਚ ਨਹਾ ਲੈਣ, ਗੰਗਾ ਵਿੱਚ ਨਹਾ ਲੈਣ, ਗਿਆ ਜੀ ਨਹਾ ਲੈਣ, ਬਨਾਰਸ ਹਰਿਦੁਆਰ ਜਾ ਕੇ ਨਹਾ ਲੈਣ, ਪਰ ਜਿਹੜਾ ਇਹ ਕਲੰਕ ਦਾ ਟਿੱਕਾ ਲੱਗਿਆ ਨਾ ਦੁਨੀਆ ਨੂੰ ਦੁੱਖ ਦੇਣ ਵਾਲਾ ਤੇ ਗੁਰੂ ਸਾਹਿਬ ਦੇ ਐਂਟੀ ਹੋਣ ਵਾਲਾ, ਇਹ ਇਹਨਾਂ ਦਾ ਕਲੰਕ ਦਾ ਟਿੱਕਾ ਕਿਸੇ ਤਰ੍ਹਾਂ ਵੀ ਧੋਤਿਆਂ ਲੈਣਾ ਨਹੀਂ। ਜਾਏ ਹਿਮਾਚਲ ਬਦਰੀਨਾਥ, ਤਹ ਪੇ ਮਿਟਹਿ ਨਾ ਰਹਿ ਮੁਖ ਸਾਥ। ਮਹਾਰਾਜ ਭਾਵੇਂ ਕੋਈ ਬਦਰੀਨਾਥ ਹਿਮਾਚਲ ਦੀ ਧਰਤੀ ਜਿਹੜੀ ਆ ਦੇਵਲੋਕ ਦੀ ਧਰਤੀ ਕਹਿੰਦੇ ਆ ਵੀ ਸ਼ਾਇਦ ਉੱਥੇ ਜਾ ਕੇ ਭਲਾ ਹੋ ਜੇ, ਇਹਨਾਂ ਦਾ ਉੱਥੇ ਜਾ ਕੇ ਵੀ ਮਹਾਰਾਜ ਭਲਾ ਨਹੀਂ ਹੋਣਾ ਜੀ। ਤੀਰਥਾ ਜਿਤ ਕਾ ਸਮੁੰਦਰਾ ਤਿਕ ਹੈ, ਬਿਮਲ ਨ ਕਹੂੰ ਸਦਾ ਇਨ ਤਿਕ ਹੈ। ਤਿਕ ਹੁੰਦਾ ਤਿਰਕਾਰਾਂ। ਕਹਿਣ ਲੱਗੇ ਜਿੰਨੇ ਵੱਡੇ ਵੱਡੇ ਤੀਰਥ ਹਨ ਹਿੰਦੂ ਮਾਦੇ 68 ਤੀਰਥ, ਗੁਰੂ ਪਿਆਰਿਓ ਸੰਸਾਰ ਜਿਹੜਾ ਨਾ ਆ ਪਿੱਛੇ ਬਾਬਰੀ ਮਸਜਿਦ 2.5 ਫੁੱਟ ਤੇ ਮੰਦਿਰ ਉਸਾਰਤਾ, ਅੱਜ ਮੰਦਿਰ ਬਣ ਰਹੇ ਆ, ਚਲੋ ਉਹਨਾਂ ਦੀ ਭਾਵਨਾ ਸੀ ਬਣ ਗਿਆ। ਪਰ ਗੁਰੂ ਪਿਆਰਿਓ ਭਾਈ ਬੁੱਲੇ ਸ਼ਾਹ ਇੱਕ ਫਕੀਰ ਹੋਇਆ, ਉਹ ਕਹਿੰਦਾ ਮੰਦਿਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੋਈ ਢਹਿੰਦਾ, ਪਰ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ 'ਚ ਰਹਿੰਦਾ। ਇੱਟਾਂ ਦੇ ਵਿੱਚ ਥੋੜਾ ਹੀ ਹੈ, ਉਹ ਤਾਂ ਜਨਤਾ ਵਿੱਚ ਵਸਦਾ ਹੈ। ਜੇ ਜਨਤਾ ਨੂੰ ਦੁੱਖ ਦਿੱਤਾ ਜਾ ਰਿਹਾ ਹੈ ਤੇ ਫਿਰ ਅੱਜ ਦੀ ਆਹ ਪੁਰਾਣੀ ਕਥਾ ਤੇ ਅੱਜ ਦੇ ਨਾਲ ਜੋੜ ਕੇ ਦੇਖ ਲਓ ਵਰਤਮਾਨ ਦੇ ਨਾਲ, ਕਹਿੰਦੇ 68 ਤੀਰਥਾਂ ਦੇ ਉੱਤੇ ਜਾ ਕੇ ਕੋਈ ਨਹਾ ਲਵੇ, ਸਾਰੀ ਪੂਜਾ ਅਰਚਨਾ ਕਰ ਲਵੇ, ਜਿੰਨੇ ਵੀ ਸਮੁੰਦਰ ਆਦਿ ਵੱਡੇ ਛੋਟੇ ਤੀਰਥ ਹਨ, ਬਿਮਲ ਨਾ ਕਾਹੂ ਕਿਤੇ ਵੀ ਜਾ ਕੇ ਇਹਨਾਂ ਦੀ ਕਾਲਸ ਦਾ ਟਿੱਕਾ ਲੈਣਾ ਨਹੀਂ। ਮਹਾਰਾਜ ਕੀ ਕਹਿੰਦੇ ਸਾਡਾ ਇਨ ਧਿਕ ਹੈ, ਇਹਨਾਂ ਨੂੰ ਧਿਕਾਰਾਂ ਪੈਂਦੀਆਂ ਰਹਿਣਗੀਆਂ। ਹਿੰਦੂ ਧਰਮ ਕੀ ਤੁਝਾ ਭਏ ਹੋ, ਪਰ ਉਪਕਾਰ ਕਿਰਪਾਲ ਥੇ ਹੋ। ਮਹਾਰਾਜ ਤੁਸੀਂ ਤਾਂ ਹਿੰਦੁਸਤਾਨ ਦਾ ਧਰਮ ਬਚਾਇਆ। ਯਾਦ ਕਰੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਨੂੰ, ਉਦੋਂ ਕਸ਼ਮੀਰੀ ਪੰਡਤ ਆਏ ਸੀ ਜਿਹੜੇ ਕਹਿੰਦੇ ਸਾਡਾ ਹਿੰਦੂ ਧਰਮ ਗਰਕ ਹੋਣ ਲੱਗਿਆ, ਖਤਮ ਹੋਣ ਲੱਗਿਆ, ਤੁਸੀਂ ਕਿਰਪਾ ਕਰਕੇ ਸਾਡਾ ਧਰਮ ਬਚਾਓ। ਤੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਜੀ ਗੁਰਮਤਿ ਦੇ ਸੁਭਾਅ ਮੁਤਾਬਕ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਦਾ। ਉਹਨਾਂ ਕਸ਼ਮੀਰੀ ਹਿੰਦੂਆਂ ਦੀ ਪੰਡਤਾਂ ਦੀ ਬਾਹ ਫੜੀ ਤੇ ਕਿਹਾ ਕੋਈ ਗੱਲ ਨਹੀਂ, ਜਾ ਕੇ ਔਰੰਗੇ ਨੂੰ ਕਹਿ ਦਿਓ ਵੀ ਗੁਰੂ ਤੇਗ ਬਹਾਦਰ ਸਾਡਾ ਗੁਰੂ ਹੈ, ਜੇ ਉਹ ਤੁਹਾਡੇ ਧਰਮ ਨੂੰ ਗ੍ਰਹਿਣ ਕਰ ਲੈਣਗੇ ਤੇ ਅਸੀਂ ਵੀ ਕਰ ਲਾਂਗੇ। ਤਾਂ ਔਰੰਗੇ ਦਾ ਮੂੰਹ ਜਿਹੜਾ ਸੀਗਾ ਗੁਰੂ ਤੇਗ ਬਹਾਦਰ ਜੀ ਵਾਲ ਕਰ ਦਿੱਤਾ ਇਹਨਾਂ ਕਸ਼ਮੀਰੀਆਂ ਨੇ ਜਾ ਕੇ। ਔਰ ਤੇਗ ਬਹਾਦਰ ਨੂੰ ਰੋਕਣ ਵਾਸਤੇ ਬੜਾ ਜ਼ੋਰ ਲਾਇਆ, ਬੜਾ ਸਮਝਾਇਆ। ਜਿਸ ਤਰ੍ਹਾਂ ਅੱਜ ਵੀ ਜਿਹੜੀਆਂ ਸਰਕਾਰਾਂ ਗੰਦੀਆਂ ਉਹਨਾਂ ਨੂੰ ਸਮਝਾਉਣ ਤੇ ਬੜਾ ਜ਼ੋਰ ਲੱਗਿਆ ਹੋਇਆ, ਪਰ ਉਹ ਸੰਸਾਰ ਨੂੰ ਉਜਾੜਨ ਤੇ ਲੱਗੇ ਹੋਏ। ਬੜਾ ਸਮਝਾਇਆ ਔਰੰਗਜ਼ੇਬ ਨੂੰ ਗੁਰੂ ਪਿਆਰੇ ਉਸ ਵੇਲੇ, ਪਰ ਔਰੰਗਜ਼ੇਬ ਨਾ ਮੰਨਿਆ, ਉਲਟਾ ਕਹਿੰਦਾ ਤੁਸੀਂ ਸਾਡੇ ਪੀਰ ਬਣ ਜਾਓ, ਮੁਸਲਮਾਨ ਬਣ ਜਾਓ। ਪਾਤਸ਼ਾਹ ਕਹਿੰਦੇ ਨਹੀਂ, ਜਿਹੜੇ ਧਰਮ 'ਚ ਉਹਨੂੰ ਆਪਣੇ ਧਰਮ 'ਚ ਰਹਿਣ ਦਿਓ, ਤੁਸੀਂ ਇਹ ਠੀਕ ਨਹੀਂ ਕਰ ਰਹੇ। ਤਾਂ ਉਸ ਵੇਲੇ ਗੁਰੂ ਪਿਆਰਿਓ ਦੁਸ਼ਟ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਉਹਨਾਂ ਦੇ 3 ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ। ਪਰ ਅੱਜ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਣ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਪਇਓ ਜੈ 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 ਸਰਲੋਕ। ਅੱਜ ਵੀ ਗੁਰੂ ਤੇਗ ਬਹਾਦਰ ਨੂੰ ਹਿੰਦ ਦੀ ਚਾਦਰ ਕਹਿੰਦੇ ਆ, ਤੇ ਵਿਸਾਲੀ ਦੇ ਰਾਜੇ ਨੂੰ ਇਸ ਕਹਾਣੀ ਦਾ ਪਤਾ ਸੀਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਮਹਾਰਾਜ
ਤੁਸੀਂ ਤਾਂ ਹਿੰਦ ਦਾ ਧਰਮ ਬਚਾਉਣ ਵਾਸਤੇ ਆਪਣਾ ਜਿਹੜਾ ਹੈ ਸਭ ਕੁਝ ਲਾ ਦਿੱਤਾ ਹੈ। ਹਿੰਦੂ ਧਰਮ ਦਾ ਧੁਜਾ ਨਿਸ਼ਾਨ ਬਣੇ ਹੋ, ਝੰਡੇ ਬਣੇ ਹੋ। ਤੁਸੀਂ ਤਾਂ ਇਹਨਾਂ ਤੇ ਪਰਉਪਕਾਰ ਕੀਤਾ ਹੈ। हे ਕਿਰਪਾਲੂ ਦਿਆਲੋ, ਸਰਵਾ ਸਰੋਮਣ ਦੀਪਕ ਦੀਪਾ ਤੁਮਰੇ ਸੰਸਰ ਕੋ ਅਬਨੀਪਾ। ਮਹਾਰਾਜ ਤੁਸੀਂ ਤਾਂ ਸਾਰਿਆਂ ਦੇ ਸ਼੍ਰੋਮਣੀ ਦੀਪਕ ਦੀਪ ਆ। ਜਿਵੇਂ ਕਹਿੰਦੀ ਆ ਨਮੋ ਸੂਰਜ ਸੂਰਜੇ, ਸੂਰਜਾਂ ਨੂੰ ਵੀ ਪ੍ਰਕਾਸ਼ ਦੇਣ ਵਾਲਾ ਸੂਰਜ ਪਰਮੇਸ਼ਰ। ਤੇ ਇੱਥੇ ਦੀਪਕ ਤੋਂ ਦੀਪਕ ਭਾਵ ਤੁਹਾਡੇ ਤੋਂ ਹੀ ਸਾਰੇ ਗਿਆਨ ਲੈਣ ਵਾਲੇ ਹਨ। ਤੁਸੀਂ ਸੰਸਾਰ ਨੂੰ ਤਾਰਨ ਵਾਲੇ ਹੋ। ਤੁਹਾਡੇ ਵਰਗਾ ਤਾਂ ਦੁਨੀਆ ਵਿੱਚ ਅੱਜ ਕੋਈ ਵੀ ਨਹੀਂ ਹੈ, ਰਾਜਾ ਵੀ ਨਹੀਂ ਹੈ। ਰਾਮਚੰਦ ਜੈਸੇ ਤੁਮ ਬਾਨਾ ਹਉ ਅਤਰਥੀ ਸੋ ਕ੍ਰਿਸ਼ਨ ਸਮਾਨਾ। ਤੁਸੀਂ ਤਾਂ ਮਹਾਰਾਜ ਰਾਮਚੰਦਰ ਦੀ ਨਿਆਈ ਸੰਸਾਰ ਦਾ ਭਲਾ ਕਰਨ ਵਾਲੇ, ਕ੍ਰਿਸ਼ਨ ਜੀ ਦੇ ਸਮਾਨ ਦੁਨੀਆ ਦਾ ਭਲਾ ਕਰਨ ਵਾਲੇ। ਜਿਵ ਗਿਰਵਰ ਪਰ ਜੁੱਤ ਪਰਵਾਰਾ ਜਰਾ ਸੰਗ ਦਲ ਲੈ ਪਰਵਾਰਾ। ਜਿਵੇਂ ਕ੍ਰਿਸ਼ਨ ਜੀ ਦੇ ਸਮੇਂ ਜਰਾਸੰਧ ਨੇ ਆਪਣਾ ਦਲ ਲੈ ਕੇ ਔਰ ਜਿੱਥੇ ਸਾਰਾ ਮਥੁਰਾ ਵਸਦਾ ਸੀਗਾ ਤੇ ਉਹਨਾਂ ਨੂੰ ਘੇਰਾ ਪਾਇਆ ਸੀ ਤੇ ਕ੍ਰਿਸ਼ਨ ਜੀ ਨੇ ਉਹ ਜਰਾਸੰਧ ਤੋਂ ਬਚਾਉਣ ਲਈ ਸਾਰੇ ਆਪਣੇ ਦੇਸ਼ ਨੂੰ ਆਪਣੇ ਪਹਾੜ ਉੱਪਰ ਚੱਕ ਲਿਆ ਜੀ। ਲਖਨ ਵਿਖੈ ਆਵਤ ਵਿਦ ਸੋਏ ਕ੍ਰਿਸ਼ਨ ਚੰਦ ਕੇ ਤਨ ਤਮ ਹੋਏ। ਚਲੋ ਖੈਰ ਜਿੰਨਕ ਦੀ ਕਿਸੇ ਦੀ ਪੂਜਾ ਅਰਚਨਾ ਹੁੰਦੀ ਹੈ ਉਹ ਆਪਣੇ ਹੀ ਅਰਾਧਿਆ ਦੇ ਵਰਗਾ ਸਮਝਦਾ ਹੈ। ਇਹ ਕਹਿੰਦਾ ਜੀ ਤੁਸੀਂ ਤਾਂ ਕ੍ਰਿਸ਼ਨ ਜੀ ਦੇ ਰੂਪ ਹੋ। ਵਾਕਿਆ ਹੀ ਕ੍ਰਿਸ਼ਨ ਜੀ ਦੇ ਵੀ ਸਮੇਂ ਤਾਂ ਇਹੀ ਹੋਇਆ ਸੀਗਾ ਨਾ। ਕੌਰਵ ਜਿਹੜੇ ਸੀ ਪਾਂਡਵਾਂ ਦਾ ਹੱਕ ਮਾਰ ਕੇ ਬੈਠੇ ਸੀ ਔਰ ਦਿੰਦੇ ਨਹੀਂ ਸੀ ਤੇ ਕ੍ਰਿਸ਼ਨ ਜੀ ਨੇ ਦਬਾਉਣਾ ਚਾਹਿਆ ਤੇ ਉੱਥੇ ਜੰਗ ਹੋਇਆ ਤੇ ਕ੍ਰਿਸ਼ਨ ਜੀ ਨੇ ਉਹਨਾਂ ਗਰੀਬਾਂ ਦੀ ਮਦਦ ਕੀਤੀ। ਜਿਵੇਂ ਬਾਬਾ ਨਾਨਕ ਵੀ ਕਹਿੰਦਾ ਗੁਰਬਾਣੀ ਵਿੱਚ, ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ। ਕਿਆ ਰੀਸ ਵੱਡਿਆਂ ਨਾਲ ਮੇਰਾ ਕੋਈ ਸੰਬੰਧ ਨਹੀਂ, ਮੈਂ ਉਹਨਾਂ ਦੇ ਨਾਲ ਜਿੱਥੇ ਨਿਮਾਣਿਆਂ ਨਤਾਣਿਆਂ ਨੂੰ ਸੰਭਾਲਿਆ ਜਾਂਦਾ। ਜੀ ਅੱਜ ਦਿੱਲੀ ਵਿੱਚ ਨਿਗਾਹ ਮਾਰੀਏ, ਜਿੱਥੇ ਕਿਸਾਨ ਆਪਣੇ ਹੱਕ ਲੈਣ ਗਏ ਹਨ ਉੱਥੇ ਗੁਰੂ ਪਿਆਰੋ ਲੰਗਰ ਚਲਾ ਕੇ ਤਰ੍ਹਾਂ ਤਰ੍ਹਾਂ ਦੇ ਇਹ ਪੰਜਾਬ ਦੇ ਸਿੱਖਾਂ ਨੇ, ਨੌਜਵਾਨਾਂ ਨੇ, ਹੋਰ ਸਾਰੇ ਹਲਕਿਆਂ ਦੇ ਕਿਸਾਨਾਂ ਨੂੰ ਸਮਝ ਆ ਗਈ ਜਿਨ੍ਹਾਂ ਨੂੰ, ਔਰ ਲੰਗਰ ਚਲਾ ਕਰਕੇ ਜਿੱਥੇ ਆਪ ਛਕਦੇ ਆ ਉੱਥੇ ਦਿੱਲੀ ਦੇ ਹਜ਼ਾਰਾਂ ਲੋਕਾਂ ਨੂੰ ਵੀ ਭੋਜਨ ਛਕਾ ਰਹੇ ਆ। ਉੱਥੇ ਮਾਨੋ ਗਰੀਬਾਂ ਨੂੰ ਸੰਭਾਲਿਆ ਜਾ ਰਿਹਾ। ਜਿੱਥੇ ਗਰੀਬਾਂ ਨੂੰ ਸੰਭਾਲਿਆ ਜਾਂਦਾ ਉੱਥੇ ਬਾਬੇ ਨਾਨਕ ਦੀ ਕਲਾ ਵਰਤਦੀ ਆ। ਕੋਈ ਸਤਨਾਮ ਔਰ ਵਰਤ ਰਹੀ ਆ ਸਾਡੇ ਸਾਹਮਣੇ ਆ। ਕੋਈ ਮੰਨੇ ਜਾਂ ਨਾ ਮੰਨੇ, ਜਿਹੜੇ ਸੰਸਾਰ ਕਹਿੰਦੇ ਆ ਕਿ ਇਹਨਾਂ ਨੂੰ ਮਾਲ ਕਿੱਥੋਂ ਆ ਰਿਹਾ, ਸਾਰਾ ਫੰਡ ਕਿੱਥੋਂ ਆ ਰਿਹਾ, ਇਹਨੂੰ ਕੌਣ ਦੇ ਰਿਹਾ, ਤਾਂ ਕਿਸੇ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਫੰਡ ਤਾਂ ਇਹਨਾਂ ਨੂੰ ਆ ਰਿਹਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਬਾਬੇ ਨਾਨਕ ਦੇ ਕੋਲੋਂ। ਕੋ ਸਤਨਾਮ, ਜਿਨ੍ਹਾਂ ਨੇ 20 ਰੁਪਈਆਂ ਦਾ ਲੰਗਰ ਲਾਇਆ ਸੀ ਤੇ ਅੱਜ ਉਸ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਸਿੱਖਾਂ ਦੇ ਕੋਲੋਂ ਛਕਿਆ ਛਕਾਇਆ। ਇਸ ਕਰਕੇ ਗੁਰੂ ਕਿਰਪਾ ਕਰਨ। ਇਹ ਕਹਿ ਰਿਹਾ ਵਿਸਾਲੀ ਦਾ ਰਾਜਾ, ਮਹਾਰਾਜ ਤੁਸੀਂ ਤਾਂ ਲੱਗਦਾ ਕ੍ਰਿਸ਼ਨ ਦੇ ਰੂਪ ਹੋ। ਨਰ ਲੀਲਾ ਕੇ ਬਣ ਅਨਸਾਰੇ ਕਰੋ ਕਿਰਪਾ ਸ਼੍ਰੀ ਪ੍ਰਭੂ ਗੁਰਕਾਰੇ। ਉਹ ਹੈ ਤਾਂ ਤੁਸੀਂ ਪਰਮੇਸ਼ਰ, ਪਰ ਮਨੁੱਖਾ ਸਰੀਰ ਧਾਰਨ ਕਰਕੇ ਤੁਸੀਂ ਕੌਤਕ ਕਰ ਰਹੇ ਹੋ ਭਲੇ ਵਾਸਤੇ, ਦੁਨੀਆ ਦੇ ਉਪਕਾਰ ਲਈ। ਨਾਵੇਂ ਤਾ ਲਾਖੋ ਦਲ ਬਹੁ ਪਾਰੇ ਮਰਹਿ ਛਿਨਕ ਮਹਿਬਾਕ ਉਚਾਰੇ। ਮਹਾਰਾਜ ਤੁਸੀਂ ਤਾਂ ਇੱਕ ਵਾਰੀ ਮੂੰਹ ਚੋਂ ਕਹਿ ਦਿਓ, ਕਹੇ ਤਾਂ ਧਾਨੇ ਅਖੌਡੀ ਕਰੋ, ਕਹੇ ਤਾਂ ਲੈ ਕਰ ਉੱਪਰ ਧਰੋ। ਕਿਹਾ ਸੀ ਨਾ ਨਾਮਦੇਵ ਨੂੰ, ਕਿਹਨੇ ਦੁੱਖ ਦਿੱਤਾ ਤੈਨੂੰ ਮੈਨੂੰ ਦੱਸ, ਮੈਂ ਧਰਤੀ ਟੇਢੀ ਕਰਦਿਆਂ ਮਾਰਦਿਆਂ ਮੋਦੀ ਲੈ ਜਾ ਮਾਰ ਕੇ ਸਾਰਿਆਂ ਨੂੰ। ਪਰ ਭਗਤ ਜੀ ਕਹਿੰਦੇ ਨਹੀਂ ਮਹਾਰਾਜ ਇਹਨਾਂ ਨੇ ਕੀ ਵਿਗਾੜਿਆ, ਇਹਨਾਂ ਦੀ ਕੋਈ ਗਲਤੀ ਨਹੀਂ। ਫੇਰ ਉਹ ਗਾਂ ਜਿਉਂਦੀ ਕਰਦੇ ਜਿਹੜੀ ਮਰੀ ਪਈ ਆ ਉਸੇ ਦਾ ਹੀ ਰੌਲਾ ਹੈ ਨਾ। ਰਾਜਾ ਕਹਿੰਦਾ ਹੈ ਤੈਨੂੰ ਵੀ ਗਾਂ ਜਿਉਂਦੀ ਕਰ, ਹਾਂ ਮਰ ਜੇ ਠੀਕ ਹੈ। ਉਹ ਗਾਂ ਦਾ ਬੱਚਾ ਭੁੱਖਾ ਕੱਲ ਪਰਸੋਂ ਦਾ ਰੰਭੀ ਜਾਂਦਾ ਹੈ, ਮੋਈ ਹੋ ਗਊ ਦੇਹੋ ਜਵਾਏ। ਕਹਿਣ ਲੱਗੇ ਠੀਕ ਹੈ ਇਹ ਜਿਉਂਦੀ ਕਰ ਦਿਓ, ਗਾਂ ਜਿਉਂਦੀ ਹੋ ਗਈ। ਨਾਮਦੇਵ ਨਹੀਂ ਛੱਡਤਾ, ਮਾਫੀ ਵੀ ਮੰਗਣੀ ਪਈ ਰਾਜੇ ਨੂੰ। ਇਸ ਕਰਕੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਉਹੀ ਮਹਿਮਾ ਕਰਦਾ ਭਾਈ ਸਾਹਿਬ। ਸੰਤੋਖ ਸਿੰਘ ਜੀ ਕਵੀ ਲਿਖਦੇ ਹਨ ਕਿ ਵਿਸਾਲੀ ਦਾ ਰਾਜਾ ਕਹਿਣ ਲੱਗਿਆ, ਮਹਾਰਾਜ ਤੁਸੀਂ ਤਾਂ ਇੱਕ ਮੂੰਹ ਚੋਂ ਬਚਨ ਕੱਢੋ, ਸਾਰੀ ਦੁਨੀਆ ਇਹ ਦਲ ਤਾਂ ਕੀ ਹੈ, ਸਭ ਕੁਝ ਫਨਾ ਹੋ ਜਾਵੇ, ਪਰ ਤੁਸੀਂ ਤਾਂ ਹੈ ਤਾਂ ਰੱਬ,
ਪਰ ਮਨੁੱਖਾ ਤਨ ਧਾਰ ਕੇ ਲੀਲਾ ਕੌਤਕ ਕਰਦੇ ਹੋ। ਨਹਿ ਪ੍ਰਤਾਪ ਇਹ ਲਖਹਿ ਤੁਹਾਰਾ, ਪਰ ਹੈ ਨਰਕ ਮੈਂ ਲਹਿ ਦੁਖ ਪਾਰੋ। ਪਰ ਮੈਨੂੰ ਤੁਹਾਡੇ ਪ੍ਰਤਾਪ ਦਾ ਪਤਾ ਲੱਗਿਆ। ਵਿਸਾਲੀ ਦਾ ਰਾਜਾ ਕਹਿੰਦਾ ਇਹਨਾਂ ਤੁਹਾਡਾ ਪ੍ਰਤਾਪ ਦਿਖਾਈ ਨਹੀਂ ਦਿੰਦਾ, ਇਹਨਾਂ ਨੂੰ ਉਦੋਂ ਪਤਾ ਲੱਗੂਗਾ ਜਦੋਂ ਇਹ ਨਰਕਾਂ ਵਿੱਚ ਸਿੱਟੇ ਜਾਣਗੇ। ਆਉਣ ਵਾਲੇ ਸਮੇਂ 'ਚ ਇਹ ਜ਼ਰੂਰ ਬਹੁਤ ਪਛਤਾਉਣਗੇ। ਆਪਣਾ ਨਗਰ ਜਾਣ ਕਰ ਤਾਮੋ, ਰਚਨ ਜੰਗ ਤੇ ਕਰੋ ਪਰਮੋ। ਚਲੋ ਮਾਰਾ ਥੋੜਾ ਆਰਾਮ ਕਰ ਲਓ। ਕਈ ਦਿਨਾਂ ਤੋਂ ਜੰਗ ਵਿੱਢੀ ਆ, ਮੈਨੂੰ ਪਤਾ। ਪਹਿਲਾਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ, ਉੱਥੇ ਕਈ ਮਹੀਨੇ ਇਹਨਾਂ ਨੇ ਘੇਰਾ ਪਾ ਕੇ ਰੱਖਿਆ। ਹੁਣ ਤੁਸੀਂ ਕਿਲਾ ਛੱਡ ਵੀ ਦਿੱਤਾ ਇਹਨਾਂ ਦੇ ਸੌਹਾਂ ਪਾਉਣ ਤੇ, ਫੇਰ ਮਗਰ ਹਮਲਾ ਕਰ ਦਿੱਤਾ। ਮਾਰੇ ਵਿਸਾਲੀ ਨਗਰ ਤੁਹਾਡਾ ਹੀ ਨਗਰ ਹੈ, ਕਿਰਪਾ ਕਰਕੇ ਮੇਰੇ ਨਾਲ ਚੱਲੋ ਤੇ ਕੁਝ ਆਰਾਮ ਕਰੋ ਜੀ। ਇਤਿਆਦ ਕਸਨ ਕਰ ਤਿਸ ਬੈਨ, ਕਰਿਆ ਬਿਲੋਕਨ ਕਰਨਾ ਨੈਣ। ਔਰ ਗੁਰੂ ਪਿਆਰਿਓ, ਇਸ ਨੇ ਬੇਨਤੀ ਕੀਤੀ ਆ ਮੇਰੇ ਪ੍ਰੀਤਮ ਜੀ ਦੇ ਚਰਨਾਂ ਵਿੱਚ। ਏਦਾਂ ਵਿਸਾਲੀ ਦੇ ਰਾਜੇ ਨੇ, ਵਿਸਾਲੀ ਨਗਰ ਹੈ ਸਤਲੁਜ ਦੇ ਕਿਨਾਰੇ ਤੇ, ਉਸ ਨੇ ਬੇਨਤੀ ਕੀਤੀ ਆ ਤੇ ਸਤਿਗੁਰਾਂ ਨੇ ਦਇਆ ਭਰੇ ਕਿਰਪਾ ਦ੍ਰਿਸ਼ਟੀ ਵਾਲੇ ਨੈਣਾਂ ਦੇ ਨਾਲ ਵਿਸਾਲੀ ਦੇ ਰਾਜੇ ਨੂੰ ਦੇਖਿਆ ਹੈ। ਪੂਰਵ ਜਨਮ ਤਪਿਓ ਤਪ ਜਪੈ, ਸਤ ਸੰਗਤ ਪੀ ਕੀਨ ਸਤਬੈ। ਪਾਤਸ਼ਾਹ ਕਹਿੰਦੇ ਤੇਰੇ ਅੰਦਰ ਪਿਛਲੇ ਸੰਸਕਾਰ ਹੈ ਵਿਸਾਲੀ ਦੇ ਰਾਜੇ, ਤੇਰੇ ਅੰਦਰ ਪਿਛਲੇ ਸੰਸਕਾਰ ਹਨ। ਤੂੰ ਸਤਸੰਗ ਵੀ ਕੀਤੀ ਹੈ, ਤਪ ਵੀ ਕੀਤਾ ਹੈ। ਤਿਸ ਕਾ ਫਲ ਤੋਕਾ ਹੋਇ ਆਇਓ, ਚਾਹਤ ਬੰਧਨ ਆਪਨ ਗਵਾਇਓ। ਆਪਣੇ ਪਿਛਲੇ ਸੰਸਕਾਰਾਂ ਦੇ ਕਾਰਨ ਤੂੰ ਸਾਨੂੰ ਪਛਾਣ ਸਕੇ ਹੈ, ਕਿਉਂਕਿ ਦਿਵ ਦ੍ਰਿਸ਼ਟੀ ਵੀ ਜਣੇ ਖਣੇ ਥੋੜਾ ਖੁੱਲਦੀ ਆ ਕਿਸੇ ਨੂੰ ਪਛਾਣ ਲੈਣਾ। ਇਹਦਾ ਗੁਰੂ ਕਿਰਪਾ ਕਰੇ। ਜਿਸੈ ਜਨਾਏ ਸੋ ਜਨ ਜਾਣੈ, ਨਾਨਕ ਹਰਿ ਗੁਣੀ ਆਖ ਬਖਾਣੈ। ਗੁਰੂ ਪਾਤਸ਼ਾਹ ਕਹਿੰਦੇ ਉਹ ਵਿਸਾਲੀ ਦੇ ਰਾਜੇ, ਤੇਰਾ ਪੂਰਬਲੀ ਤਪੱਸਿਆ ਨੇ ਅੱਜ ਤੈਨੂੰ ਫਲ ਦਿੱਤਾ ਹੈ। ਤੂੰ ਸਾਡੇ ਕੋਲੇ ਬੇਨਤੀ ਕਰਕੇ ਆਪਣੀ ਮੁਕਤੀ ਦਾ ਰਸਤਾ ਬਣਾਇਆ ਹੈ ਜੀ। ਉਪਜੇ ਸਮਤ ਆਨ ਇਸ ਸਮੈ, ਨਿਰਭੈ ਹੋਏ ਗੁਰ ਕਰ ਕੋ ਨ ਮੈਂ। ਔਰ ਤੂੰ ਜਿਹੜਾ ਹੈ ਚੰਗੀ ਮੱਤ ਲੈ ਕੇ ਗੁਰੂ ਘਰ ਵਿੱਚ ਆ ਕੇ ਝੁਕਿਆ ਹੈ। ਪਾਤਸ਼ਾਹ ਦਾ ਬਚਨ ਹੈ, ਜਿਹੜਾ ਤੀਹੋ ਕਾਲ ਸਤ ਹੈ, ਅੜੇ ਸੋ ਝੜੇ ਸ਼ਨ ਪਰੇ ਸੋ ਤਰੇ, ਖੁਆਰ ਹੋਏ ਸਾ ਮਿਲਾਂਗੇ ਬਚੈ ਸ਼ਨ ਜੋ ਹੋਏ। ਹੁਣ ਜਿਹੜਾ ਖੁਆਰ ਹੋਣਾ ਹੈ ਬੜੇ ਲੰਮੇ ਸਮੇਂ ਤੋਂ, ਅੱਜ ਗੁਰੂ ਪਿਆਰਿਓ ਵੇਖ ਰਹੇ ਆ, ਜਿਸ ਪੰਜਾਬ ਨੂੰ ਬੜਾ ਬਦਨਾਮ ਕੀਤਾ ਹੋਇਆ ਸੀ ਮਾੜੇ ਲੋਕਾਂ ਨੇ, ਗੁਰੂ ਪਿਆਰਿਓ ਅੱਜ ਦਿੱਲੀ ਦੇ ਵਿੱਚ ਇਕੱਲਾ ਪੰਜਾਬ ਕੀ ਸਾਰੇ ਦੇਸ਼ ਭਰ ਦੇ ਲੋਕਾਂ ਦੀਆਂ ਗਲਵਕੜੀਆਂ ਪੈ ਗਈਆਂ। ਇਹ ਪਰਮੇਸ਼ਰ ਨੇ ਇਕੱਠੇ ਕੀਤੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਦੂਸਰੇ ਨੂੰ ਭਰਾਤਰੀ ਭਰਾ ਪੈਦਾ ਹੋ ਗਏ ਆ ਸਾਰਿਆਂ ਵਿੱਚ, ਕਿਸਾਨਾਂ ਦੇ ਵਿੱਚ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਹੋ ਗਏ ਆ। ਕੁਝ ਲੋਕਾਂ ਨੂੰ ਛੱਡ ਕੇ ਬਸ ਫਿਰ ਜਿਹੜੇ ਨਹੀਂ ਮਿਲਣਗੇ ਉਹ ਖੁਆਰ ਹੋ ਕੇ ਮਰਨਗੇ। ਔਰ ਗੁਰੂ ਪਿਆਰਿਓ ਉਹ ਅਣਗੇ ਸੋ ਝੜਨਗੇ, ਪਰ ਖੁਆਰ ਹੋਏ ਸਾ ਮਿਲਾਂਗੇ ਬਚੈ ਸ਼ਨ ਜੋ ਹੋਏ। ਜੋ ਗੁਰਮਤਿ ਅਨੁਸਾਰ ਚੱਲਣਗੇ ਉਹ ਬਚ ਜਾਣਗੇ। ਬਾਕੀ ਸਭ ਇਹ ਬਚਨ ਮੈਂ ਨਹੀਂ ਕਿਹਾ, ਗੁਰੂ ਸਾਹਿਬ ਨੇ ਕਿਹਾ ਹੈ। ਇਸ ਕਰਕੇ ਗੁਰੂ ਕਿਰਪਾ ਕਰਨ, ਸਭ ਨੂੰ ਸਮਤ ਬਖਸ਼ਣ। ਮੇਰੇ ਪ੍ਰੀਤਮ ਜੀ ਕਹਿੰਦੇ ਸਭ ਕੇ ਸੰਗ ਹਮਾਰ ਬਖੇਰਾ, ਬਿਨ ਵਿਚਾਰ ਆਇਓ ਇਸ ਬੇਰਾ। ਉਹ ਵਿਸਾਲੀ ਦੇ ਰਾਜੇ, ਸਾਰੀ ਦੁਨੀਆ ਤੋਂ ਸਾਡੀ ਐਂਟੀ ਹੋਈ ਵੀ ਹੈ, ਇੱਕ ਤੇਰੀ ਮੱਤ ਚੰਗੀ ਆ ਕਿ ਤੂੰ ਬਿਨਾਂ ਸੋਚੇ ਸਮਝੇ ਬਿਨਾਂ ਡਰਦੇ ਸਾਡੇ ਕੋਲ ਆ ਗਿਆ ਹੈ। ਕਿਉਂਕਿ ਤੇਰੀ ਮੱਤ ਚੰਗੀ ਹੈ, ਤੂੰ ਪਿਛਲੇ ਜਨਮ ਵਿੱਚ ਵੀ ਭਜਨ ਕੀਤਾ ਸੀ। ਹੈ ਜੇਕਰ ਇਮ ਭਾਉ ਤੁਮਾਰੇ, ਗਮਨੈ ਨਗਰ ਵਿਸਾਲ ਮਜਾਰੇ। ਚੱਲ ਫਿਰ ਤੇਰੀ ਵੀ ਭਾਵਨਾ ਪੂਰੀ ਕਰ ਦਿੰਨੇ ਆ। ਜੇ ਤੂੰ ਚਾਹਣਾ ਹੈ ਤਾਂ ਤੇਰੇ ਨਗਰ ਚੱਲਦੇ ਆ। ਤੂੰ ਚਾਲ ਪ੍ਰਥਮ ਆਪਣਾ ਕਹਿ ਮਾਹੀ, ਤਤ ਬੇਰੇ ਪਹਮ ਮਿਟਹਿ ਸੋ ਨਾਹੀ। ਪਾਤਸ਼ਾਹ ਜੀ ਕਹਿਣ ਲੱਗੇ ਏਦਾਂ ਕਰ, ਤੂੰ ਚੱਲ ਆਪਣੇ ਘਰ ਨੂੰ, ਅਸੀਂ ਦੁਸ਼ਮਣ ਨੂੰ ਮਾਰ ਕੇ ਹੀ ਵਾਪਸ ਮੁੜਾਂਗੇ, ਫਿਰ ਜ਼ਰੂਰ ਤੇਰੇ ਘਰ ਆਵਾਂਗੇ। ਕਰਹਿ ਹਜ਼ਾਰੋ ਕੇਰ ਸਿੰਗਾਰਨਾ, ਆਵਹਿਗੇ ਰਚ ਕੇ ਰਨਦਾਰਨਾ। ਤੂੰ ਆਪਣੇ ਘਰ ਚੱਲ। ਆ ਜਿਹੜੇ ਤੁਰਕ ਤੇ ਪਹਾੜੀਏ ਹਿੰਦੂ ਸਾਡੇ ਤੇ ਚੜ ਕੇ ਆਏ ਨੇ, ਅਸੀਂ ਇਹਨਾਂ ਨੂੰ ਖਤਮ ਕਰਕੇ ਫਿਰ ਤੇਰੇ ਕੋਲ ਆਵਾਂਗੇ। ਤਰਕਨ ਅਰ ਗਿਰਪਤਨ ਗੁਮਾਨਾ, ਕਰੋ ਹਾਨ ਕਾਲੋ ਕਮਸਾਨ। ਐ ਜੰਗ ਵਿਚਾਲੇ ਛੱਡ ਕੇ ਨਹੀਂ ਆਉਂਦਾ ਮੈਂ। 10ਵੇਂ ਪਾਤਸ਼ਾਹ ਕਹਿਣ ਲੱਗੇ ਵਿਸਾਲੀ ਰਾਜੇ ਨੂੰ, ਕਹਿੰਦੀ ਜੰਗ ਵਿਚਾਲੇ ਛੱਡ ਕੇ ਨਹੀਂ ਆਉਂਦਾ ਮੈਂ। ਇਹਨਾਂ ਤੁਰਕਾਂ ਦਾ ਤੇ ਇਹਨਾਂ ਪਹਾੜੀ ਰਾਜਿਆਂ ਦਾ ਹੰਕਾਰ ਤੋੜ ਕੇ
ਫਿਰ ਜ਼ਰੂਰ ਆਵਾਂਗਾ। ਰਾਜ ਤੇਜ ਇਨ ਕੁਲ ਤੇ ਖੋਵੋ, ਕਮਤਾ ਕੁਕਰਮੀ ਪਾਪੀ ਜੋਵੋ। ਔਰ ਇਹਨਾਂ ਦੀਆਂ ਕੁੱਲਾਂ ਦੇ ਵਿੱਚੋਂ ਰਾਜ ਤੇਜ ਪ੍ਰਤਾਪ ਸਭ ਖਤਮ ਕਰ ਦੇਣਾ। ਜਿਸ ਤਰ੍ਹਾਂ ਰਾਏ ਕੱਲੇ ਦੇ ਕੋਲ ਬੈਠੇ ਬੈਠੇ ਮਾਹੀ ਦੇ ਕੋਲੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਵਾਰਤਾ ਸੁਣਦੇ ਸੁਣਦੇ ਪਾਤਸ਼ਾਹ ਜੀ ਨੇ ਤੀਰ ਮਾਰਿਆ ਘਾਹੀ ਦੇ ਪੌਦੇ ਵਿੱਚ ਪੱਟ ਕੇ ਜੜ ਮੂਧਾ ਕਰਕੇ ਕਹਿੰਦੇ ਮੁਗਲਾਂ ਦੀ ਜੜ ਗਈ। ਤਾਂ ਉਸ ਵੇਲੇ ਜ਼ੁਲਮ ਦੇ ਰਾਜ ਹਿੰਦੁਸਤਾਨ ਦੀ ਧਰਤੀ ਤੋਂ, ਭਾਵ ਇਸ ਭਾਰਤ ਦੀ ਧਰਤੀ ਤੋਂ, ਇਹਦਾ ਅਸਲੀ ਨਾਮ ਤਾਂ ਵੈਸੇ ਭਾਰਤ ਹੈ, ਹਿੰਦੁਸਤਾਨ ਇਹਦਾ ਨਾਮ ਨਹੀਂ ਹੈ, ਤਾਂ ਨਾਮ ਭਾਰਤ ਵਰਸ਼ ਹੈ। ਉਸ ਤੋਂ ਪਹਿਲਾਂ ਇਹਨੂੰ ਭਰਤ ਖੰਡ ਕਹਿੰਦੇ ਹਨ। 9 ਖੰਡ ਧਰਤੀ ਹੈ, ਆਪਣੇ ਖੰਡ ਦਾ ਨਾਮ ਹੈ ਭਰਤ ਖੰਡ। ਕੋ ਸਤਨਾਮ ਸ੍ਰੀ ਵਾਹਿਗੁਰੂ। ਭਾਰਤ ਇਹਦਾ ਪੁਰਾਣਾ ਨਾਮ ਹੈ। ਇਸ ਭਾਰਤ ਵਰਸ਼ ਦੇ ਵਿੱਚ ਜਿਹੜਾ ਜ਼ੁਲਮ ਦਾ ਰਾਜ ਚੱਲਦਾ ਸੀ ਤੁਰਕਾਂ ਦਾ, ਉਸ ਨੂੰ ਪਾਤਸ਼ਾਹ ਕਹਿੰਦੇ ਅਸੀਂ ਖਤਮ ਕਰਕੇ ਹੀ ਤੈਨੂੰ ਮਿਲਾਂਗੇ। ਪੰਥ ਖਾਲਸਾ ਹਮ ਰਚ ਦੀਨਾ, ਸਣੇ ਸਣੇ ਸਭ ਲੈ ਹੈ ਚੀਨ। ਇਹਨਾਂ ਪਹਾੜੀਆਂ ਦਾ ਤੇ ਤੁਰਕਾਂ ਦਾ ਰਾਜ ਤੇਜ ਪ੍ਰਤਾਪ ਖਤਮ ਕਰਕੇ, ਇਹ ਮਾੜੀ ਮੱਤ ਵਾਲੇ ਕੁਕਰਮੀਆਂ ਨੂੰ, ਪਾਪੀਆਂ ਨੂੰ ਖਤਮ ਕਰਕੇ, ਇਹਨਾਂ ਦਾ ਰਾਜ ਖਤਮ ਕਰਕੇ ਫਿਰ ਹੌਲੀ ਹੌਲੀ ਸਾਡਾ ਖਾਲਸਾ ਪੰਥ ਫੈਲ ਜਾਵੇਗਾ, ਵੱਧ ਜਾਵੇਗਾ ਔਰ ਇਹਨਾਂ ਤੋਂ ਰਾਜ ਲੈ ਲਵੇਗਾ। ਕਿਰਪਾ ਕਾਲ ਕਾ ਕੀ ਬੋ ਹੈ, ਅਵਲੋਕਤਾ ਸਤਰਨ ਕੋ ਦਹਿ। ਸਾਡੇ ਉੱਤੇ ਸ਼ਸਤਰ ਦੀ, ਕਾਲ ਕਾ ਭਾਵ ਉਸ ਕਾਲ ਦੀ ਬੜੀ ਸਾਡੇ ਤੇ ਕਿਰਪਾ ਹੈ, ਮਹਾਕਾਲ ਦੀ। ਅਕਾਲ ਪੁਰਖ ਨੂੰ ਵੀ ਕਹਿੰਦੇ ਹਨ ਅਕਾਲ, ਤੇ ਕਾਲ ਮੌਤ ਨੂੰ ਕਹਿੰਦੀ ਆ। ਬੰਦੇ ਨੂੰ ਦੋਨੇ ਯਾਦ ਰੱਖਣੀ ਚਾਹੀਦੀ ਆ, ਕਾਲ ਵੀ ਤੇ ਅਕਾਲ ਵੀ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਇਹ ਵੀ ਇੱਕ ਥਾਂ ਤੇ ਪਾਤਸ਼ਾਹ ਲਿਖਦੇ ਆ। ਜਦੋਂ ਪੌਂਡੇ ਦਾ ਜੰਗ, ਭੰਗਾਣੀ ਦਾ ਜੰਗ ਜਿੱਤ ਕੇ ਆਏ ਸੀ ਗੁਰੂ ਪਿਆਰਿਓ, ਪ੍ਰੀਤਮ ਜੀ ਕਹਿੰਦੇ ਸਾਡੇ ਤੇ ਉਸ ਅਕਾਲ ਪੁਰਖ ਦੀ ਬੜੀ ਕਿਰਪਾ ਹੈ ਵਿਸਾਲੀ। ਅਵਲੋਕਤ ਸ਼ਤਰਨ ਕੋ ਦਹੈ, ਜੇ ਉਹ ਕਹੇ ਤੇ ਨਿਗਾਹ ਪੈਂਦਿਆਂ ਹੀ ਦੁਸ਼ਮਣ ਖਤਮ ਕੀਤਾ ਜਾ ਸਕਦਾ ਹੈ ਜੀ। ਚੜ੍ਹੋ ਰਾਵਾ ਹਮ ਆਏ ਪਸ਼ੇਰੇ, ਘਾਲਹ ਤੋਹੇ ਨਗਰ ਮਹਿ ਡੇਰੇ। ਕੋਈ ਨਹੀਂ ਰਾਜਾ ਸਾਹਿਬ, ਤੂੰ ਆਪਣੇ ਨਗਰ ਨੂੰ ਚੱਲ, ਅਸੀਂ ਵੀ ਤੇਰੇ ਮਗਰ ਆਵਾਂਗੇ ਦੋਹਰਾ। ਬਾਹਰ ਵਿਸਾਲੀ ਰਾਵ ਕਹੈ, ਰਣ ਤਮ ਕਰੇ ਵਿਸਾਲਾ। ਬਿਨਾ ਲਰੇ ਹੀ ਚੜ ਚਲਾ, ਆਪਨ ਸਮਾਜ ਸੰਭਾਲਾ। ਜਦੋਂ ਪਾਤਸ਼ਾਹ ਨੇ ਕਿਹਾ ਵੀ ਤੁਰਕਾਂ ਤੇ ਮੁਗਲਾਂ ਨੂੰ ਮਾਰ ਕੇ ਆਵਾਂਗੇ, ਵਿਸਾਲੀ ਦਾ ਰਾਜਾ ਕਹਿੰਦਾ ਮਹਾਰਾਜ ਬਥੇਰਾ ਜੰਗ ਕਰ ਲਿਆ, ਥੋੜਾ ਆਰਾਮ ਕਰ ਲਓ, ਹੁਣੇ ਹੀ ਆਪਣਾ ਸਮਾਨ ਚੱਕੋ, ਸਿੰਘਾਂ ਨੂੰ ਲਓ ਤੇ ਮੇਰੇ ਰਾਜ ਵਿੱਚ ਚੱਲੋ ਜੀ। ਭੀਮ ਚੰਦ ਆਦਿਕ ਗਣ ਰਾਜੇ, ਇਨਹਾਂ ਕਰੇ ਬੜ ਪਾਪਨ ਕਾਜੇ। ਇਹ ਭੀਮ ਚੰਦ ਵਰਗੇ ਇਹਨਾਂ ਪਹਾੜੀ ਰਾਜਿਆਂ ਨੇ ਬਹੁਤ ਪਾਪ ਕੀਤੇ ਹਨ। ਕਿਸੇ ਪਾਪ ਤੇ ਇਹ ਖਪ ਜੈ ਹੈ, ਨਹੀਂ ਕੁਸ਼ਲ ਕਿਸ ਹਿਤ ਥਿਰ। महाराज पापी के मारने को पाप महाबली है, पाप बुरा पापी को प्यारा, पाप लद्दे पापे पासारा। ਇਹਨਾਂ ਪਾਪੀਆਂ ਨੇ ਬਹੁਤ ਪਾਪ ਕੀਤੇ ਐ, ਇਹ ਆਪਣੇ ਪਾਪਾਂ ਦੇ ਥੱਲੇ ਹੀ ਦਬ ਜਾਣਗੇ, ਇਹ ਆਪੇ ਹੀ ਮਰ ਜਾਣਗੇ ਮਹਾਰਾਜ। ਤੁਰਕ ਆਪ ਹੀ ਗਮਨ ਹੈ ਪਾਛੇ, ਕਿਉਂ ਪ੍ਰਭ ਜੰਗ ਆਪ ਅਬ ਬਾਛੇ। ਮੇਰੀ ਬੇਨਤੀ ਆ ਮਹਾਰਾਜ, ਜੰਗ ਨੂੰ ਛੱਡੋ ਤੁਸੀਂ, ਆਪੇ ਤੁਰਕ ਵੀ ਮੁੜ ਜਾਣਗੇ ਔਰ ਇਹ ਪਾਪੀ ਵੀ ਮਰ ਜਾਣਗੇ, ਤੁਸੀਂ ਮੇਰੇ ਨਾਲ ਚੱਲੋ ਜੀ। ਸੁਣ ਕਰ ਸ਼੍ਰੀ ਗੋਬਿੰਦ ਸਿੰਘ ਤੀਰਾ, ਕਹਿਓ ਚਲੋ ਲੈ ਸੰਗ ਬਹੀਰਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਰਾਜਾ ਸਾਹਿਬ ਤੁਸੀਂ ਆਪਣੀ ਫੌਜ ਨੂੰ ਲੈ ਕੇ ਚੱਲੋ। ਹਮ ਇਸ ਤਰਕ ਸੰਗ ਕਰ ਜੰਗ, ਭੂਪ ਗੁਮਾਨ ਕਰੈ ਸਭ ਪੰਗ। ਆ ਜਿਹੜਾ ਤੁਰਕ ਆਇਆ ਨਾ ਵਜੀਦਾ ਵਜ਼ੀਰ ਖਾਂ, ਇਸ ਦਾ ਹੰਕਾਰ ਤੋੜ ਕੇ ਆਉਣਾ ਹੈ ਔਰ ਪਹਾੜੀਆਂ ਦਾ ਵੀ ਹੰਕਾਰ ਭੀਮ ਚੰਦ ਵਰਗਿਆਂ ਦਾ ਵੀ ਦੂਰ ਕਰਨਾ ਹੈ। ਰੋਂਡਾ ਮੋਂਡਾ ਰਨ ਬਿਖੈ ਬਖੇਰਾ, ਤੋਲ ਲੜਾਈ ਸਭ ਬਿਦ ਹੇਰੋ। ਔਰ ਇਹਨਾਂ ਨੂੰ ਰੁੰਡ ਮੁੰਡ ਕਰਕੇ ਇਹ ਜੰਗਲ ਦੇ ਵਿੱਚ ਖੜਿਆ ਕੇ ਇਹਨਾਂ ਦੀਆਂ ਲਾਸ਼ਾਂ ਲੜਾਈ ਦਾ ਤੋਲ ਵੇਖਾਂਗੇ। ਨਾਹਿਤਾ ਬਾਦੀ ਤਰਕ ਮਹਾਨ, ਬਿਨਾ ਲੜੇ ਮਿਟਹਿੰਗੇ ਮਨ ਜਾਣੈ। ਨਹੀਂ ਤਾਂ ਇਹ ਤੁਰਕ ਬੜੇ ਝਗੜਾਲੂ ਹਨ, ਇਹ ਲੜਾਈ ਕਰਨ ਤੋਂ ਬਗੈਰ ਹਟਣਗੇ ਨਹੀਂ, ਇਹਨਾਂ ਨੇ ਪਿੱਛੇ ਹਟਣਾ ਨਹੀਂ ਰਾਜਾ ਸਾਹਿਬ। ਔਰ ਉਲਟਾ ਇਹ ਕੀ ਕਹਿਣਗੇ, ਕਹਿ ਕੋ ਰਹਿਓ ਰਾਵ ਤਿਸ ਬਾਰੀ, ਪ੍ਰਭ
की कही बात और तारी। ਔਰ ਵਿਸਾਲੀ ਦੇ ਰਾਜੇ ਨੇ ਕਈ ਵਾਰੀ ਬੇਨਤੀ ਕੀਤੀ, ਪਾਤਸ਼ਾਹ ਕਹਿੰਦੇ ਨਹੀਂ, ਜੇ ਅਸੀਂ ਏਦਾਂ ਆ ਗਏ ਤੇ ਕਹਿਣਗੇ ਖਨੀ ਉਹੀ ਚਲਿਆ ਗਿਆ ਸਾਨੂੰ ਛੱਡ ਕੇ, ਇਹ ਲੜੇ ਬਿਨਾਂ ਨਹੀਂ ਮਿਟਨੇ, ਇਹ ਮਿਟਾਉਣੇ ਹੀ ਪੈਣਗੇ, ਤੂੰ ਚੱਲ। लय बहिर संग को चाला, नगर विसाली तीर विसाला। ਆਖਰ ਵਿਸਾਲੀ ਦਾ ਰਾਜਾ ਆਪਣੇ ਸਾਥੀ ਫੌਜ ਨੂੰ ਨਾਲ ਲੈ ਕੇ ਮੁੜ ਗਿਆ ਹੈ ਜੀ। ਲੈ ਪਹੁੰਚੋ ਜਵਾ ਟਾਟਾ ਦਰਿਆਓ, ਕੁਛ ਬਹੀਰ ਕੋ ਪਾਰ ਲੰਘਾਓ। ਉਹ ਜਦੋਂ ਸਤਲੁਜ ਤੋਂ ਪਾਰ ਹੋਣ ਲੱਗਿਆ ਜੀ, ਬਾਜਾ ਬਹਾਰਨ ਜੀਤ ਨਿਗਾਰਾ, ਸਕਲ ਖਾਲਸਾ ਹੋਸ਼ ਤਿਆਰਾ। ਬਾਬਾ ਜੀ ਨੇ ਇਧਰੋਂ ਯੋਧਿਆਂ ਨੂੰ ਕਿਹਾ, ਲਓ ਵੀ ਨਗਾਰੇ ਤੇ ਚੋਟ ਲਾ ਦਿਓ, ਸਾਰੇ ਖਾਲਸੇ ਤਿਆਰ ਹੋ ਜਾਓ। ਪਾਏ ਦੋ ਬੋਲ ਕਾ ਜਵਾਲਾ ਬਾਮਣੀ, ਕਰੀ ਤਿਆਰ ਸ਼ਤਰਨ ਮਦ ਸ਼ਮਨੀ। ਔਰ ਇਹ ਹੰਕਾਰੀ ਦੁਸ਼ਮਣ ਦਾ ਹੰਕਾਰ ਥੱਲੇ ਕਰਨ ਵਾਸਤੇ ਬੰਦੂਕਾਂ ਵਿੱਚ ਗੋਲੀਆਂ ਪਾ ਲਓ ਅਤੇ ਤੀਰਾਂ ਦੇ ਭੱਥੇ ਭਰ ਲਓ। ਸਤਿਗੁਰ ਖਚਰ ਤੀਰਨ ਕੇਰੀ, ਰਖੀ ਸੰਗ ਸੋ ਲਾਦ ਕਨੇਰੀ। ਉਹ ਸਤਿਗੁਰਾਂ ਨੇ ਵਿਹਲੇ ਸਮੇਂ ਦੇ ਵਿੱਚ ਬੜੇ ਤੀਰ ਕਰਾਏ ਹਨ ਤਿਆਰ, ਜਿਹੜੇ ਕਿ ਅੱਜ ਖੱਚਰਾਂ ਦੇ ਲੱਦੇ ਹੋਏ ਹਨ ਨਾਲ। ਉਦੇ ਸਿੰਘ ਆਲਮ ਸਿੰਘ ਬੇਰਾ, ਦਇਆ ਸਿੰਘ ਮੋਹਕਮ ਸਿੰਘ ਤੀਰ। ਇਹ ਯੋਧੇ ਸਤਿਗੁਰਾਂ ਦੇ ਨਾਲ ਹਨ। ਇੰਤੇ ਇਨਕੇ ਜੋਤਾ ਅਸਵਾਰ ਹਜ਼ਾਰਾ, ਕਰੇ ਅਜੀਤ ਸਿੰਘ ਕੇ ਲਾਰ। ਇਹਨਾਂ ਦੇ ਸਮੇਤ ਬਾਬਾ ਅਜੀਤ ਸਿੰਘ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਸਿੰਘ। ਸਾਹਿਬ ਚੰਦ ਮਹਾਬਲ ਜੋਧਾ, ਰਿਪ ਮਾਰਨ ਕੋ ਬਰ ਸਤ ਕਰੋਦਾ। ਸਾਹਿਬ ਚੰਦ ਬੜਾ ਯੋਧਾ, ਜਿਹਦੇ ਅੰਦਰ ਦੁਸ਼ਮਣ ਨੂੰ ਮਾਰਨ ਦਾ ਬੜਾ ਹੀ ਜੋਸ਼ ਹੈ। ਕਿਸਕੇ ਸੰਗ ਹਜ਼ਾਰ ਕਰੇ ਹੈ, ਨਮਸਕਾਰ ਨੀ ਹਾਥ ਧਰੇ ਹੈ। ਇਹ ਤਾਂ ਯੋਧੇ ਸਤਿਗੁਰਾਂ ਦੇ ਨਾਲ ਹੈ। ਉਦੈ ਸਿੰਘ, ਆਲਮ ਸਿੰਘ, ਦਇਆ ਸਿੰਘ ਤੇ ਮੋਹਕਮ ਸਿੰਘ, ਚਾਰੇ ਯੋਧੇ ਗੁਰੂ ਸਾਹਿਬ ਦੇ ਨਾਲ ਹਨ। ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੇ ਨਾਲ ਅਤੇ ਸਾਹਿਬ ਚੰਦ ਦੇ ਨਾਲ ਹਜ਼ਾਰ ਫੌਜ ਗੁਰੂ ਨੇ ਦੇਣੀ ਕੀਤੀ ਹੈ। ਅਜੀਤ ਸਿੰਘ ਹਮ ਆਗੇ, ਦੁਸ਼ਮਨ ਗੰਜ ਹੈ ਜੰਗ ਸੋ ਜਾਗੇ। ਔਰ ਪਾਤਸ਼ਾਹ ਨੇ ਕਿਹਾ ਅਜੀਤ ਸਿੰਘ ਅੱਗੇ ਰਹੇਗਾ, ਮਗਰ ਸਾਰੀ ਫੌਜ ਹੋਵੇਗੀ। ਸਾਹਿਬ ਚੰਦ ਪਿਛਾਰੀ ਰਹਿ, ਹਤ ਹੈ ਦੁਸ਼ਟ ਜਬ ਆਵਤ ਲਹਿ। ਔਰ ਪਿੱਛੇ ਸਾਹਿਬ ਚੰਦ ਖਿਆਲ ਰੱਖੇਗਾ, ਜੇ ਪਿੱਛੋਂ ਦੁਸ਼ਮਣ ਆਉਂਦਾ ਹੈ ਤਾਂ ਉਸ ਨੂੰ ਹਤੇਗਾ, ਮਾਰਨਾ ਕਰੇਗਾ। ਅਪਰ ਖਾਲਸਾ ਸੰਗ ਹਮਾਰੇ, ਸਣੇ ਸਣੇ ਗਮਨ ਪਰ ਬਾਰੇ। ਬਾਕੀ ਜਿਹੜੇ ਬਚੇ ਹੋਏ ਸਿੰਘ ਆ ਉਹ ਸਾਡੇ ਨਾਲ ਚਲੋ, ਸਾਡੇ ਘੇਰਾ ਪਾ ਕੇ ਸਾਡੇ ਚਾਰ ਚੁਫੇਰੇ ਤੁਰੇ ਆਓ ਮਗਰ। ਦੇਵ ਜਬ ਕੋਚ ਗੁਰੂ ਕੋ ਜਾਨਾ, ਹਿੰਦਸ ਅਮਟੇ ਸਤਰੂ ਮਹਾਨਾ। ਤੇ ਜਦੋਂ ਸਤਿਗੁਰਾਂ ਨੇ ਨਗਾਰੇ ਤੇ ਚੋਟ ਮਾਰੀ ਤੇ ਦੁਸ਼ਮਣ ਨੂੰ ਪਤਾ ਲੱਗਿਆ ਕਿ ਗੁਰੂ ਤੁਰਨ ਲੱਗਿਆ ਹੈ, ਤੇ ਚਾਰ ਛਪੇਰਿਓ ਦੁਸ਼ਮਣਾਂ ਨੇ ਫਿਰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਓਮ ਆਕਾਸ਼ ਏਕ ਹੋਈ ਗਇਓ, ਆਂਦਾ ਤੁੰਦ ਇੱਕ ਸਮ ਤਵ ਪਇਓ। ਔਰ ਦੁਸ਼ਮਣਾਂ ਨੇ, ਤੁਰਕਾਂ ਨੇ, ਪਹਾੜੀਆਂ ਨੇ ਇੱਕਦਮ ਘੋੜੇ ਭਜਾ ਕੇ ਸਤਿਗੁਰਾਂ ਦਾ ਮਗਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਕੀ ਹੋਇਆ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਇੱਥੇ ਰੋਕਣ ਦੀ ਆਗਿਆ ਬਖਸ਼ੋ। ਮੋਲਦਿਆਂ ਨੇ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸਾ, ਹੇ ਪੂਰਨ ਹੇ ਸਰਬ ਮੈਂ, ਦੁਖ ਪੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੇ ਗੁਣ ਨਿਧਾਨ, ਜਾਗੈ ਸਦਾ ਭਵੇਕੋ। ਹੇ ਅਪਰੰਪਰ ਹਰ ਹਰੇ ਹੈ ਪਿਓ ਵਨਹਾਰ, ਹੇ ਸੰਤ ਕੈ ਸਦਾ ਸੰਗ, ਨਿਦਾਰਾ ਆਦਾਰਾ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲਾ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ
ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ।